Dear students, welcome to Amrit Senior Secondary School, Class 8 ਸਮਾਜਿਕ ਸਿੱਖਿਆ ਦਾ ਭਾਗ ਪਹਿਲਾ ਭੂਗੋਲ ਦਾ ਲੈਸਨ ਨੰਬਰ 2 ਕੁਦਰਤੀ ਸਾਧਨ। ਅੱਜ ਅਸੀਂ ਸ਼ੁਰੂ ਕਰਾਂਗੇ। ਅੱਜ ਦੇ ਇਸ ਲੈਸਨ ਵਿੱਚ ਤੁਹਾਨੂੰ ਅਸੀਂ ਖਣਿਜ ਪਦਾਰਥ, ਭੂਮੀ, ਪਾਣੀ, ਮਿੱਟੀ ਅਤੇ ਕੁਦਰਤੀ ਬਨਸਪਤੀ ਬਾਰੇ ਸਮਝਾਵਾਂਗੇ। ਇਸ ਲੈਸਨ ਦੇ ਅੱਜ ਅਸੀਂ ਤੁਹਾਨੂੰ ਪਹਿਲੇ 2 ਭਾਗ ਕਰਾਵਾਂਗੇ। ਬੱਚੋ ਇਹ ਲੈਸਨ ਅਸੀਂ ਪੇਜ ਨੰਬਰ 7 ਤੋਂ 10 ਤੱਕ ਕਰਾਂਗੇ। ਤਾਂ ਬੱਚੋ ਸ਼ੁਰੂ ਕਰਦੇ ਹਾਂ ਅਸੀਂ ਆਪਣਾ ਅੱਜ ਦਾ ਲੈਸਨ ਕੁਦਰਤੀ ਸਾਧਨ। ਭੂਮੀ, ਪਾਣੀ, ਮਿੱਟੀ, ਵਨਸਪਤੀ ਅਤੇ ਖਣਿਜ ਪਦਾਰਥ ਆਦਿ ਦੇ ਰੂਪ ਵਿੱਚ ਮਿਲਣ ਵਾਲੇ ਕੁਦਰਤੀ ਖਜ਼ਾਨਿਆਂ ਨੂੰ ਕੁਦਰਤੀ ਸਾਧਨਾਂ ਦਾ ਨਾਮ ਦਿੱਤਾ ਜਾਂਦਾ ਹੈ। ਇਹ ਸਾਧਨ ਕਿਸੇ ਦੇਸ਼ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਅਖਵਾਉਂਦੇ ਹਨ। ਇਹ ਸਾਧਨ ਕਿਸੇ ਦੇਸ਼ ਦੀ ਸ਼ਕਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨੇ ਜਾਂਦੇ ਹਨ। ਇਸ ਪਾਠ ਵਿੱਚ ਅਸੀਂ ਤੁਹਾਨੂੰ ਇਹਨਾਂ ਕੁਦਰਤੀ ਸਾਧਨਾਂ ਨੂੰ ਹੇਠ ਲਿਖੇ ਸਿਰਲੇਖਾਂ ਦੇ ਅਧੀਨ ਪੜ੍ਹਾਵਾਂਗੇ। ਤਾਂ ਬੱਚਿਓ ਭੂਮੀ, ਜਲ, ਮਿੱਟੀ, ਵਨਸਪਤੀ, ਪਾਣੀ, ਖਣਿਜ ਪਦਾਰਥ ਇਹ ਉਹ ਕੁਦਰਤੀ ਖਜ਼ਾਨੇ ਹਨ ਜਿਹੜੇ ਸਾਨੂੰ ਕੁਦਰਤ ਵੱਲੋਂ ਮਿਲੇ ਹੋਏ ਹਨ ਅਤੇ ਇਹਨਾਂ ਨੂੰ ਹੀ ਅਸੀਂ ਕੁਦਰਤੀ ਸਾਧਨਾਂ ਦਾ ਨਾਮ ਦਿੰਦੇ ਹਾਂ। ਬੱਚੋ ਇਹ ਸਾਧਨ ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਦੀ ਕੀ ਅਖਵਾਉਂਦੇ ਹਨ? ਰੀੜ੍ਹ ਦੀ ਹੱਡੀ। ਮਤਲਬ ਇਹਨਾਂ ਖਣਿਜ ਪਦਾਰਥਾਂ ਅਤੇ ਇਹਨਾਂ ਕੁਦਰਤੀ ਸਾਧਨਾਂ 'ਤੇ ਹੀ ਕਿਸੇ ਵੀ ਦੇਸ਼ ਦੀ, ਚਾਹੇ ਉਹ ਸਾਡਾ ਭਾਰਤ ਦੇਸ਼ ਹੋਵੇ ਜਾਂ ਕੋਈ ਦੁਨੀਆ ਦਾ ਹੋਰ ਦੇਸ਼, ਉਸਦੀ ਅਰਥ ਵਿਵਸਥਾ ਇਹਨਾਂ 'ਤੇ ਹੀ ਟਿਕੀ ਹੋਈ ਹੁੰਦੀ ਹੈ। ਅੱਜ ਸਾਰੇ ਹੀ ਉਦਯੋਗ ਇਹਨਾਂ ਹੀ ਖਣਿਜ ਪਦਾਰਥਾਂ 'ਤੇ ਆਧਾਰਿਤ ਹਨ। ਸਾਡੇ ਉਦਯੋਗਾਂ ਦਾ ਆਧਾਰ ਹਨ ਇਹ ਖਣਿਜ ਪਦਾਰਥ। ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਦਾ ਪ੍ਰਤੀਕ ਮੰਨੇ ਜਾਂਦੇ ਹਨ ਇਹ ਖਣਿਜ ਪਦਾਰਥ ਅਤੇ ਕੁਦਰਤੀ ਸਾਧਨ। ਜੇ ਕੋਈ ਦੇਸ਼ ਵਿਕਾਸ ਕਰ ਰਿਹਾ ਹੈ, ਅੱਗੇ ਵੱਧ ਰਿਹਾ ਹੈ, ਭਾਵੇਂ ਉਹ ਸਾਡਾ ਆਪਣਾ ਦੇਸ਼ ਭਾਰਤ ਹੋਵੇ, ਤਾਂ ਉਹਨਾਂ ਦੀ ਖੁਸ਼ਹਾਲੀ ਦਾ ਪ੍ਰਤੀਕ ਇਹ ਕੁਦਰਤੀ ਸਾਧਨ ਅਤੇ ਖਣਿਜ ਪਦਾਰਥ ਹਨ। ਤਾਂ ਬੱਚੋ ਇਹਨਾਂ ਨੂੰ ਅਸੀਂ ਤੁਹਾਨੂੰ ਹੇਠ ਲਿਖੇ ਸਾਧਨਾਂ ਦੇ ਅਨੁਸਾਰ ਸਮਝਾਵਾਂਗੇ। ਤਾਂ ਬੱਚੋ ਇਸਦਾ ਪਹਿਲਾ ਨੰਬਰ ਹੈ ਭੂਮੀ ਸਾਧਨ, ਨੰਬਰ 2 ਹੈ ਮਿੱਟੀ ਸਾਧਨ, ਨੰਬਰ 3 ਹੈ ਪਾਣੀ ਸਾਧਨ, ਨੰਬਰ 4 ਹੈ ਕੁਦਰਤੀ ਵਨਸਪਤੀ, ਨੰਬਰ 5 ਜੰਗਲੀ ਜੀਵ ਅਤੇ ਨੰਬਰ 6 ਹੈ ਖਣਿਜ ਅਤੇ ਸ਼ਕਤੀ ਸਾਧਨ। ਇਹਨਾਂ ਵਿੱਚੋਂ ਪਹਿਲੇ 2 ਦੇ ਬਾਰੇ ਵਿੱਚ ਅਸੀਂ ਤੁਹਾਨੂੰ ਅੱਜ ਸਮਝਾਵਾਂਗੇ। ਤਾਂ ਬੱਚੋ ਅਸੀਂ ਸ਼ੁਰੂ ਕਰਦੇ ਹਾਂ ਆਪਣਾ ਪਹਿਲਾ ਪੁਆਇੰਟ ਭੂਮੀ ਸਾਧਨ। ਸਮੇਂ ਦੇ ਆਰੰਭ ਤੋਂ ਹੀ ਮਨੁੱਖ ਆਪਣੀਆਂ ਲੋੜਾਂ ਵਾਸਤੇ ਭੂਮੀ ਨੂੰ ਵਰਤਦਾ ਆ ਰਿਹਾ ਹੈ। ਇਸ ਦੀ ਵਰਤੋਂ ਆਦਮੀ ਦੇ ਜੀਵਨ ਵਿੱਚ ਵਡਮੁੱਲਾ ਸਥਾਨ ਰੱਖਦੀ ਹੈ। ਇਨਸਾਨ ਇਸ ਭੂਮੀ 'ਤੇ ਹੀ ਰਹਿੰਦਾ ਹੈ ਅਤੇ ਆਪਣੀਆਂ ਹੋਰ ਸਾਰੀਆਂ ਕਿਰਿਆਵਾਂ ਕਰਦਾ ਹੈ। ਆਦਮੀ ਆਪਣੀਆਂ ਬਹੁਤ ਸਾਰੀਆਂ ਲੋੜਾਂ ਦੀ ਪੂਰਤੀ ਦੇ ਲਈ ਭੂਮੀ 'ਤੇ ਨਿਰਭਰ ਕਰਦਾ ਹੈ। ਇਸ ਭੂਮੀ ਨੂੰ ਮਨੁੱਖ ਆਪਣੀਆਂ ਆਰਥਿਕ ਜਾਂ ਸੱਭਿਆਚਾਰਕ ਕਿਰਿਆਵਾਂ ਦੇ ਲਈ ਵਰਤੋਂ ਵਿੱਚ ਲਿਆਉਂਦਾ ਹੈ। ਅੱਗੇ ਹੈ ਬੱਚਿਓ ਸਾਡੀ ਧਰਤੀ ਦਾ ਲਗਭਗ 29% ਭਾਗ ਭੂਮੀ ਅਤੇ 71% ਹਿੱਸਾ ਪਾਣੀ ਹੈ। ਇਹ 29% ਭੂਮੀ ਜਾਂ ਜ਼ਮੀਨ ਅੱਗੇ ਕਈ ਧਰਾਤਲੀ ਵਰਗਾਂ ਵਿੱਚ ਜਿਵੇਂ ਕਿ ਪਹਾੜ, ਪਠਾਰ ਅਤੇ ਮੈਦਾਨਾਂ ਆਦਿ ਦੇ ਵਿੱਚ ਵੰਡੀ ਹੋਈ ਹੈ। ਮਨੁੱਖ ਦੀਆਂ ਆਰਥਿਕ ਕਿਰਿਆਵਾਂ ਧਰਾਤਲੀ ਰੂਪਾਂ ਦੇ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ। ਸੰਸਾਰ ਦੇ ਪਹਾੜੀ ਭਾਗ ਮਨੁੱਖ ਦੇ ਰਹਿਣ ਵਾਸਤੇ ਅਨੁਕੂਲ ਮਤਲਬ ਢੁਕਵੇਂ ਨਹੀਂ ਹਨ। ਦੂਸਰੇ ਪਾਸੇ ਮੈਦਾਨਾਂ ਵਿੱਚ ਬਹੁਤ ਸੰਘਣੀ ਵਸੋਂ ਮਿਲਦੀ ਹੈ ਕਿਉਂਕਿ ਇੱਥੇ ਮਨੁੱਖ ਦੀਆਂ ਲਗਭਗ ਸਾਰੀਆਂ ਜ਼ਰੂਰੀ ਜ਼ਰੂਰਤਾਂ ਉਸਨੂੰ ਮੁਹੱਈਆ ਹੋ ਜਾਂਦੀਆਂ ਹਨ। ਅੱਗੇ ਹੈ ਬੱਚਿਓ ਭਾਰਤ ਦੇਸ਼ ਦੀ ਗਿਣਤੀ ਦੂਸਰੇ ਵੱਡੇ ਦੇਸ਼ਾਂ ਵਿੱਚ ਹੁੰਦੀ ਹੈ। ਇੱਥੇ ਦਾ ਵਿਸ਼ਾਲ ਆਕਾਰ ਇਸਦਾ ਇੱਕ ਮਹੱਤਵਪੂਰਨ ਸਾਧਨ ਹੈ। ਇਸਦਾ ਖੇਤਰਫਲ
32,87,782 वर्ग किलोमीटर है। ਭਾਰਤ ਦਾ ਲਗਭਗ 30% ਭਾਗ ਪਹਾੜੀ ਹੈ। ਇਹਨਾਂ ਪਹਾੜਾਂ ਨੂੰ ਸਾਧਨਾਂ ਦਾ ਭੰਡਾਰ ਵੀ ਕਹਿੰਦੇ ਹਨ। ਇਹ ਸੁੰਦਰਤਾ ਦੇ ਪੱਖ ਤੋਂ ਵੀ ਦੇਸ਼ ਦੇ ਲਈ ਮਹੱਤਵਪੂਰਨ ਹੈ। ਪਠਾਰ ਦਾ ਕੁੱਲ ਖੇਤਰਫਲ ਦਾ ਲਗਭਗ 27% ਭਾਗ ਹੈ। ਇਹਨਾਂ ਪਠਾਰਾਂ ਤੋਂ ਸਾਨੂੰ ਕਈ ਪ੍ਰਕਾਰ ਦੇ ਖਣਿਜ ਪਦਾਰਥ ਪ੍ਰਾਪਤ ਹੁੰਦੇ ਹਨ। ਇਹਨਾਂ 'ਤੇ ਹੀ ਖੇਤੀ ਵੀ ਕੀਤੀ ਜਾਂਦੀ ਹੈ। ਤਾਂ ਆਓ ਬੱਚਿਓ ਤੁਹਾਨੂੰ ਇਸਦਾ ਵਿਸਤਾਰ ਦੇ ਨਾਲ ਸਮਝਾਈਏ। ਸਮੇਂ ਦੇ ਸ਼ੁਰੂ ਤੋਂ ਜਦੋਂ ਤੋਂ ਧਰਤੀ 'ਤੇ ਜੀਵਨ ਸ਼ੁਰੂ ਹੋਇਆ ਉਦੋਂ ਤੋਂ ਹੀ ਮਨੁੱਖ ਇਸ ਧਰਤੀ ਨੂੰ ਵਰਤਦਾ ਆ ਰਿਹਾ ਹੈ, ਭਾਵ ਪ੍ਰਯੋਗ ਕਰਦਾ ਆ ਰਿਹਾ ਹੈ। ਮਨੁੱਖ ਆਪਣੇ ਸਾਰੇ ਕੰਮ ਇਸੇ ਧਰਤੀ 'ਤੇ ਹੀ ਕਰਦਾ ਹੈ। ਮਨੁੱਖ ਭੂਮੀ ਦਾ ਚੁਣਾਵ ਆਪਣੀ ਲੋੜ ਦੇ ਅਨੁਸਾਰ ਕਰਦਾ ਹੈ। ਮਨੁੱਖ ਇਸ ਦਾ ਪ੍ਰਯੋਗ ਘਰ ਬਣਾਉਣ ਲਈ, ਖੇਤੀ ਕਰਨ ਲਈ, ਉਦਯੋਗ ਲਗਾਉਣ ਲਈ, ਸੱਭਿਆਚਾਰਕ ਕਿਰਿਆਵਾਂ ਕਰਨ ਦੇ ਲਈ ਕਰਦਾ ਹੈ। ਬੱਚਿਓ ਸਾਡੀ ਧਰਤੀ ਦਾ ਜਿਹੜਾ 29% ਹਿੱਸਾ ਹੈ ਭੂਮੀ ਹੈ ਅਤੇ 71% ਹਿੱਸਾ ਪਾਣੀ ਹੈ। ਅਤੇ ਜਿਹੜਾ 29% ਭੂਮੀ ਧਰਾਤਲੀ ਹਿੱਸਾ ਹੈ ਉਹ ਅੱਗੇ ਵੀ ਕਈ ਵਰਗਾਂ ਵਿੱਚ ਵੰਡਿਆ ਹੋਇਆ ਹੈ, ਜਿਵੇਂ ਪਰਬਤ, ਪਠਾਰ ਅਤੇ ਮੈਦਾਨ। ਸੰਸਾਰ ਦੇ ਪਰਬਤੀ ਹਿੱਸੇ ਮਨੁੱਖ ਦੇ ਰਹਿਣ ਲਈ ਜ਼ਿਆਦਾ ਢੁਕਵੇਂ ਨਹੀਂ ਹਨ, ਮਤਲਬ ਜ਼ਿਆਦਾ ਸਹੀ ਨਹੀਂ ਹਨ। ਇੱਥੇ ਵਸੋਂ ਵੀ ਘੱਟ ਪਾਈ ਜਾਂਦੀ ਹੈ। ਇਸ ਦੇ ਉਲਟ ਮੈਦਾਨੀ ਭਾਗਾਂ ਵਿੱਚ ਬਹੁਤ ਸੰਘਣੀ ਜਨਸੰਖਿਆ ਪਾਈ ਜਾਂਦੀ ਹੈ, ਕਿਉਂਕਿ ਇੱਥੇ ਮਨੁੱਖ ਦੀ ਹਰ ਜ਼ਰੂਰਤ ਅਤੇ ਸਹੂਲਤ ਆਸਾਨੀ ਨਾਲ ਪੂਰੀ ਹੋ ਜਾਂਦੀ ਹੈ। ਬੱਚਿਓ ਭਾਰਤ ਦੇਸ਼ ਦੀ ਗਿਣਤੀ ਵੱਡੇ ਦੇਸ਼ਾਂ ਵਿੱਚ ਕੀਤੀ ਜਾਂਦੀ ਹੈ। ਇਸਦਾ ਲੰਬਾ ਚੌੜਾ ਆਕਾਰ ਇਸ ਨੂੰ ਮਹੱਤਵਪੂਰਨ ਸਥਾਨ ਪ੍ਰਦਾਨ ਕਰਦਾ ਹੈ ਦੁਨੀਆ ਦੇ ਵਿੱਚ। ਲੰਬਾ ਚੌੜਾ ਮਤਲਬ ਵਿਸ਼ਾਲ, ਵੱਡਾ ਆਕਾਰ ਇਸਦਾ। ਆਪਣੀ ਇਸੇ ਵਿਸ਼ਾਲ ਸਥਿਤੀ ਅਤੇ ਆਕਾਰ ਦੇ ਕਾਰਨ ਇਸ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਭਾਰਤ ਦਾ ਖੇਤਰਫਲ 32,87,782 ਵਰਗ ਕਿਲੋਮੀਟਰ ਹੈ ਅਤੇ ਖੇਤਰਫਲ ਦੇ ਪੱਖੋਂ ਭਾਰਤ ਦਾ ਸੰਸਾਰ ਦੇ ਵਿੱਚ 7ਵਾਂ ਸਥਾਨ ਹੈ। ਸੁੰਦਰਤਾ ਦੇ ਪੱਖੋਂ ਭਾਰਤ ਵਿੱਚ ਕਈ ਮਹੱਤਵਪੂਰਨ ਸਥਾਨ ਹਨ, ਜਿਵੇਂ ਕਸ਼ਮੀਰ ਨੂੰ ਭਾਰਤ ਦਾ ਸਵਰਗ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਵੀ ਭਾਰਤ ਦੇ ਵਿੱਚ ਬਹੁਤ ਸਾਰੇ ਸੁੰਦਰਤਾ ਦੇ ਪੱਖੋਂ ਮਹੱਤਵਪੂਰਨ ਸਥਾਨ ਪਾਏ ਜਾਂਦੇ ਹਨ। ਪਠਾਰ ਸਾਡੇ ਕੁੱਲ ਖੇਤਰਫਲ ਦੇ 27% ਹਿੱਸੇ ਦੇ ਵਿੱਚ ਪਾਏ ਜਾਂਦੇ ਹਨ। ਇਹਨਾਂ ਪਠਾਰੀ ਹਿੱਸਿਆਂ ਤੋਂ ਸਾਨੂੰ ਕਈ ਤਰ੍ਹਾਂ ਦੇ ਖਣਿਜ ਪਦਾਰਥ ਮਿਲਦੇ ਹਨ ਅਤੇ ਇੱਥੇ ਹੀ ਖੇਤੀ ਵੀ ਕੀਤੀ ਜਾਂਦੀ ਹੈ। ਸਾਨੂੰ ਉਹ ਖਣਿਜ ਪਦਾਰਥ ਮਿਲਦੇ ਹਨ ਇਹਨਾਂ ਪਠਾਰੀ ਹਿੱਸਿਆਂ ਦੇ ਵਿੱਚੋਂ ਜਿਸ 'ਤੇ ਅੱਜ ਸਾਡੇ ਸਾਰੇ ਉਦਯੋਗ ਆਧਾਰਿਤ ਹਨ। ਇਹਨਾਂ ਖਣਿਜਾਂ ਦੇ ਨਾਲ ਹੀ ਅੱਜ ਅਸੀਂ ਆਪਣੇ ਦੇਸ਼ ਦੀ ਅਰਥ ਵਿਵਸਥਾ ਅਤੇ ਉਦਯੋਗਾਂ ਨੂੰ ਚਲਾ ਰਹੇ ਹਾਂ। ਤਾਂ ਬੱਚਿਓ ਅਸੀਂ ਹੁਣ ਅੱਗੇ ਪੜ੍ਹਦੇ ਹਾਂ ਮੈਦਾਨ, ਪੇਜ ਨੰਬਰ 8 'ਤੇ। ਮੈਦਾਨ ਖੇਤੀਯੋਗ ਅਤੇ ਸੰਘਣੀ ਵਸੋਂ ਵਾਲੇ ਖੇਤਰ ਹੁੰਦੇ ਹਨ। ਭਾਰਤ ਦੇ ਕੁੱਲ ਖੇਤਰਫਲ ਦਾ ਮਤਲਬ ਕੁੱਲ ਰਕਬੇ ਦਾ 43% ਭਾਗ ਮੈਦਾਨੀ ਹੈ। ਮੈਦਾਨ ਮਨੁੱਖ ਦੀਆਂ ਅਨੇਕਾਂ ਲੋੜਾਂ ਨੂੰ ਪੂਰੀਆਂ ਕਰਦੇ ਹਨ। ਖੇਤੀਬਾੜੀ ਅਤੇ ਵਨਸਪਤੀ ਦੇ ਪੱਖੋਂ ਮੈਦਾਨੀ ਭੂਮੀ ਬਹੁਤ ਹੀ ਕੀਮਤੀ ਮੰਨੀ ਜਾਂਦੀ ਹੈ। ਖੇਤੀਬਾੜੀ ਨੂੰ ਭਾਵੇਂ ਹੋਰ ਤੱਤ ਵੀ ਪ੍ਰਭਾਵਿਤ ਕਰਦੇ ਹਨ, ਪਰੰਤੂ ਭੂਮੀ ਮੁੱਢਲੀ ਅਤੇ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਕੀ ਕਹਿ ਰਿਹਾ ਹੈ ਕਿ ਮੈਦਾਨ ਉਹ ਸੰਘਣੇ ਖੇਤਰ ਹੁੰਦੇ ਹਨ ਜਿੱਥੇ ਸੰਘਣੇ ਰੂਪ ਦੇ ਵਿੱਚ ਜਨਸੰਖਿਆ ਨਿਵਾਸ ਕਰਦੀ ਹੈ ਅਤੇ ਖੇਤੀਯੋਗ ਜਿੱਥੇ ਭੂਮੀ ਪਾਈ ਜਾਂਦੀ ਹੈ। ਇਹ ਸਾਡੇ ਕੁੱਲ ਖੇਤਰਫਲ ਦਾ, ਕੁੱਲ ਰਕਬੇ ਦਾ 43% ਹਿੱਸਾ ਹੈ ਮੈਦਾਨੀ ਖੇਤਰ, ਜਿੱਥੇ ਖੇਤੀ ਵੀ ਕੀਤੀ ਜਾਂਦੀ ਹੈ ਅਤੇ ਜਨਸੰਖਿਆ ਵੀ ਨਿਵਾਸ ਕਰਦੀ ਹੈ। ਇੱਥੇ ਹੀ ਮਨੁੱਖ ਦੀਆਂ ਬਹੁਤ ਸਾਰੀਆਂ ਲੋੜਾਂ ਆਸਾਨੀ ਦੇ ਨਾਲ ਪੂਰੀਆਂ ਹੋ ਜਾਂਦੀਆਂ ਹਨ, ਭਾਵੇਂ ਉਹ ਮਨੁੱਖ ਦੀ ਆਪਣੀ ਨਿੱਜੀ ਲੋੜ ਹੋਵੇ ਜਾਂ ਖੇਤੀ ਨਾਲ ਸੰਬੰਧਿਤ ਲੋੜ ਹੋਵੇ। ਇਹ ਵਨਸਪਤੀ ਦੇ ਪੱਖੋਂ ਵੀ ਬਹੁਤ ਕੀਮਤੀ ਅਤੇ ਵਡਮੁੱਲਾ ਸਾਧਨ ਮੰਨਿਆ ਜਾਂਦਾ ਹੈ। ਇਸ ਤੋਂ ਮਨੁੱਖ ਦੀਆਂ ਬਹੁਤ ਸਾਰੀਆਂ ਲੋੜਾਂ ਵੀ ਪੂਰੀਆਂ ਹੁੰਦੀਆਂ ਹਨ। ਬੱਚਿਓ ਖੇਤੀਬਾੜੀ ਨੂੰ ਭਾਵੇਂ ਹੋਰ ਬਹੁਤ ਸਾਰੇ ਤੱਤ ਪ੍ਰਭਾਵਿਤ ਕਰਦੇ ਹਨ, ਪਰੰਤੂ ਮੁੱਢਲਾ ਅਤੇ ਮਹੱਤਵਪੂਰਨ ਸਾਧਨ ਦੇ ਵਿੱਚ ਜਿਹੜਾ ਮੈਦਾਨ ਹੈ ਉਹ ਆਪਣਾ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਖੇਤੀ ਕਰਨ ਦੇ ਲਈ ਭੂਮੀ ਦਾ ਉਪਜਾਊ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਫਸਲ ਦੀ ਪੈਦਾਵਾਰ ਵੀ ਵੱਧਦੀ ਹੈ।
ਬੱਚੋ ਅੱਗੇ ਹੈ ਭੂਮੀ ਦੀ ਵਰਤੋਂ। ਭੂਮੀ ਦੀ ਵਰਤੋਂ ਕਈ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਭਾਰਤ ਵਿੱਚ ਭੂਮੀ ਦੀ ਵਰਤੋਂ ਅਸੀਂ ਅੱਗੇ ਲਿਖੇ ਵਰਗੀਕ੍ਰਿਤ ਵਰਗਾਂ ਦੇ ਅਨੁਸਾਰ ਕਰ ਸਕਦੇ ਹਾਂ। ਤਾਂ ਬੱਚੋ ਥੱਲੇ ਦੇਖੋ ਇੱਕ ਚਾਰਟ ਬਣਿਆ ਹੋਇਆ ਹੈ ਜਿਸ 'ਤੇ ਭੂਮੀ ਦੀ ਵਰਤੋਂ ਲਿਖਿਆ ਹੋਇਆ ਹੈ। ਉਸਦੇ ਹੇਠਾਂ ਹੀ ਇੱਕ ਸ਼ੇਪ ਬਣੀ ਹੋਈ ਹੈ ਜਿਸ ਦੇ ਵਿੱਚ ਵੱਖਰੇ ਵੱਖਰੇ ਰੰਗਾਂ 'ਤੇ ਪ੍ਰਤੀਸ਼ਤ ਹਿੱਸਾ ਲਿਖਿਆ ਗਿਆ ਹੈ। ਮਤਲਬ ਭੂਮੀ ਦਾ ਪ੍ਰਯੋਗ ਅਸੀਂ 6 ਵਰਗਾਂ ਵਿੱਚ ਕਰ ਰਹੇ ਹਾਂ ਅਤੇ ਉਹ 6 ਵਰਗਾਂ ਨੂੰ ਕਿੰਨੇ ਪ੍ਰਤੀਸ਼ਤ ਹਿੱਸੇ ਦੇ ਵਿੱਚ ਵੰਡਿਆ ਗਿਆ ਹੈ ਇਹ ਉਸ ਸ਼ੇਪ ਦੇ ਵਿੱਚ ਦੱਸਿਆ ਗਿਆ ਹੈ। ਤੇ ਬੱਚਿਓ ਪੇਜ ਨੰਬਰ 9 'ਤੇ ਇੱਕ ਭਾਰਤ ਦਾ ਮੈਪ ਬਣਿਆ ਹੋਇਆ ਹੈ। ਭਾਰਤ ਦਾ ਨਕਸ਼ਾ ਬਣਿਆ ਹੋਇਆ ਹੈ। ਉਸ ਨਕਸ਼ੇ ਨੂੰ ਤੁਸੀਂ ਦੇਖੋ, ਉਸ ਦੇ ਵਿੱਚ ਵੱਖਰੇ ਵੱਖਰੇ ਰੰਗ ਦਿਖਾਏ ਗਏ ਹਨ। ਉਹ ਰੰਗ ਉਸ ਜਗ੍ਹਾ 'ਤੇ ਹਨ ਜਿੱਥੇ ਭੂਮੀ ਦਾ ਪ੍ਰਯੋਗ ਅਸੀਂ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਕਰ ਰਹੇ ਹਾਂ। ਉਹ ਹਿੱਸੇ ਦਰਸਾਏ ਗਏ ਹਨ ਇਹਦੇ ਵਿੱਚ। ਤਾਂ ਬੱਚਿਓ ਹੁਣ ਤੁਸੀਂ ਪੇਜ ਨੰਬਰ 8 'ਤੇ ਭੂਮੀ ਦੀ ਵਰਤੋਂ ਤੇ ਚਾਰਟ 'ਤੇ ਆ ਜਾਓ। ਇਸ ਦੇ ਵਿੱਚ ਪਹਿਲਾ ਹੈ ਜੰਗਲਾਂ ਹੇਠ ਭੂਮੀ। ਅਤੇ ਥੱਲੇ ਤੁਸੀਂ ਸ਼ੇਪ ਦੇ ਵਿੱਚ ਵੀ ਵੇਖੋ ਜਿੱਥੇ 23% ਲਿਖਿਆ ਗਿਆ ਹੈ ਗੂੜ੍ਹੇ ਰੰਗ ਦੇ ਵਿੱਚ, ਉਹ ਜੰਗਲਾਂ ਦੇ ਹੇਠ ਆਉਣ ਵਾਲਾ ਹਿੱਸਾ ਹੈ। ਹੁਣ ਉੱਪਰ ਚਾਰਟ ਵੱਲ ਦੇਖੋ, ਨੰਬਰ 2 'ਤੇ ਹੈ ਬਿਜਾਈ ਹੇਠ ਭੂਮੀ। ਬਿਜਾਈ ਹੇਠ ਭੂਮੀ ਦਾ ਹਿੱਸਾ ਹੈ 46%। ਸ਼ੇਪ ਦੇ ਵਿੱਚ ਵੇਖੋ ਤੁਸੀਂ ਨੀਲੇ ਰੰਗ ਦੇ ਵਿੱਚ 46% ਜਿਹੜਾ ਹਿੱਸਾ ਹੈ ਉਸ ਹਿੱਸੇ 'ਤੇ ਫਸਲਾਂ ਦੀ ਬਿਜਾਈ ਕੀਤੀ ਜਾਂਦੀ ਹੈ। ਅੱਗੇ ਹੈ ਕ੍ਰਿਸ਼ੀ ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ ਜੋ ਕਿ 8% ਹੈ ਅਤੇ ਸ਼ੇਪ ਦੇ ਵਿੱਚ ਇਸ ਨੂੰ ਫਿੱਕੇ ਲਾਲ ਰੰਗ ਵਿੱਚ ਦਿਖਾਇਆ ਗਿਆ ਹੈ 8% ਹਿੱਸੇ ਦੇ ਵਿੱਚ। ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ। ਹੁਣ ਫਿਰ ਚਾਰਟ ਵੱਲ ਦੇਖੋ ਤੁਸੀਂ, ਖੇਤੀ ਯੋਗ ਪਰੰਤੂ ਵਿਅਰਥ ਭੂਮੀ ਜਿਹੜਾ ਕਿ 5% ਹਿੱਸੇ ਦੇ ਵਿੱਚ ਸ਼ੇਪ ਦੇ ਵਿੱਚ ਦਿਖਾਇਆ ਗਿਆ ਹੈ। ਸ਼ੇਪ ਦੇ ਵਿੱਚ ਗੂੜ੍ਹੇ ਰੰਗ ਦੇ ਵਿੱਚ 5% ਹਿੱਸਾ ਜੋ ਹੈ ਉਹ ਖੇਤੀਯੋਗ ਪਰੰਤੂ ਵਿਅਰਥ ਭੂਮੀ ਹੈ। ਉਸ ਤੋਂ ਅੱਗੇ ਦੇਖੋ ਚਾਰਟ ਦੇ ਵਿੱਚ ਚਰਾਗਾਹਾਂ ਅਤੇ ਦਰੱਖਤਾਂ ਅਧੀਨ ਭੂਮੀ ਜਿਹੜਾ ਕਿ ਸ਼ੇਪ ਦੇ ਵਿੱਚ ਫਿੱਕੇ ਨੀਲੇ ਰੰਗ ਦੇ ਵਿੱਚ 4% ਹਿੱਸੇ ਦੇ ਵਿੱਚ ਦਿਖਾਇਆ ਗਿਆ ਹੈ। ਸ਼ੇਪ ਦੇ ਵਿੱਚ 4% ਹਿੱਸੇ ਦੇ ਵਿੱਚ। ਹੁਣ ਫਿਰ ਤੁਸੀਂ ਚਾਰਟ ਵੱਲ ਦੇਖੋ ਜਿੱਥੇ ਲਿਖਿਆ ਹੋਇਆ ਹੈ ਗੈਰ ਖੇਤੀ ਭੂਮੀ ਅਤੇ ਇਹ ਕਿੰਨੇ ਪ੍ਰਤੀਸ਼ਤ ਹਿੱਸੇ ਦੇ ਵਿੱਚ ਹੈ। ਸ਼ੇਪ 'ਤੇ ਤੁਸੀਂ ਵੇਖੋ ਫਿੱਕਾ ਪੀਲਾ ਰੰਗ 14% ਹਿੱਸੇ ਦੇ ਵਿੱਚ ਇਹ ਪਾਇਆ ਜਾਂਦਾ ਹੈ ਅਤੇ ਇਸ ਦੇ ਵਿੱਚ ਹੀ ਬੰਜਰ ਭੂਮੀ ਵੀ ਸ਼ਾਮਿਲ ਹੁੰਦੀ ਹੈ। ਬੰਜਰ ਭੂਮੀ ਜਿਸ 'ਤੇ ਆਪਾਂ ਖੇਤੀ ਨਹੀਂ ਕਰ ਸਕਦੇ। ਤਾਂ ਬੱਚਿਓ ਇਹ ਉਹ ਪ੍ਰਤੀਸ਼ਤ ਹਿੱਸਾ ਅਤੇ ਭੂਮੀ ਦੇ ਵਰਗ ਸਨ ਜਿਸ ਦੀ ਅਸੀਂ ਵਰਤੋਂ ਕਰ ਰਹੇ ਹਾਂ। ਤਾਂ ਬੱਚਿਓ ਹੁਣ ਅਸੀਂ ਲੈਸਨ ਨੂੰ ਪੜ੍ਹਦੇ ਹਾਂ। ਭਾਰਤ ਦੇ ਖੇਤਰਫਲ ਦਾ 22.2% ਹਿੱਸਾ ਜੰਗਲਾਂ ਦੇ ਹੇਠ ਆਉਂਦਾ ਹੈ। ਭਾਰਤ ਵਰਗੇ ਸੰਘਣੀ ਆਬਾਦੀ ਵਾਲੇ ਦੇਸ਼ ਵਿੱਚ ਇਹ ਰਕਬਾ 33% ਹੋਣਾ ਚਾਹੀਦਾ ਹੈ। ਇਸ ਲਈ ਦੇਸ਼ ਵਿੱਚ ਵੱਡੇ ਪੱਧਰ 'ਤੇ ਦਰੱਖਤ ਉਗਾਉਣੇ ਚਾਹੀਦੇ ਹਨ ਅਤੇ ਜੰਗਲਾਂ ਦੀ ਕਟਾਈ 'ਤੇ ਸਖਤ ਪ੍ਰਤੀਬੰਧ ਰੋਕ ਲਗਾਉਣੀ ਚਾਹੀਦੀ ਹੈ। ਸਖਤ ਅਤੇ ਸਖਤੀ ਦੇ ਨਾਲ ਅਤੇ ਇਸ ਨੂੰ ਕਟਾਈ ਤੋਂ ਰੋਕਣ ਦੇ ਲਈ ਪਾਬੰਦੀ ਲਗਾਉਣੀ ਚਾਹੀਦੀ ਹੈ। ਮਤਲਬ ਕਿ ਭਾਰਤ ਇੱਕ ਵਿਸ਼ਾਲ ਅਤੇ ਇੱਕ ਵੱਡਾ ਦੇਸ਼ ਹੈ, ਸੰਘਣੀ ਆਬਾਦੀ ਵਾਲਾ ਦੇਸ਼ ਹੈ ਅਤੇ ਇੱਥੇ ਜੰਗਲਾਂ ਦਾ ਜਿਹੜਾ ਰਕਬਾ ਹੈ ਉਹ ਮਾਤਰ 22.2% ਭਾਵ 23% ਹੈ ਜਿਹੜਾ ਕਿ ਬਹੁਤ ਹੀ ਵਿਗਿਆਨਿਕ ਦ੍ਰਿਸ਼ਟੀ ਤੋਂ ਘੱਟ ਹੈ। ਅਤੇ ਵਿਗਿਆਨਿਕ ਦ੍ਰਿਸ਼ਟੀ ਤੋਂ ਦੇਖਿਆ ਜਾਏ ਤਾਂ ਇਹ 33% ਹੋਣਾ ਚਾਹੀਦਾ ਹੈ ਅਤੇ ਇਸ ਰਕਬੇ ਨੂੰ ਵਧਾਉਣ ਦੇ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਦਰੱਖਤ ਲਗਾਉਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਦਰੱਖਤਾਂ ਦੀ ਕਟਾਈ ਮਤਲਬ ਜੰਗਲਾਂ ਦੀ ਕਟਾਈ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਜਿਹੜੇ ਬਣਾਏ ਗਏ ਹਨ ਉਸ ਨੂੰ ਸਖਤੀ ਦੇ ਨਾਲ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਇਸ ਰਕਬੇ ਨੂੰ ਵਧਾਇਆ ਜਾ ਸਕੇ। ਬੱਚਿਓ ਅੱਗੇ ਆ ਜਾਓ ਤੁਸੀਂ ਪੇਜ ਨੰਬਰ 9 'ਤੇ ਜਿੱਥੇ ਅਸੀਂ ਭਾਰਤ ਦਾ ਮੈਪ ਦੇ ਬਾਰੇ ਗੱਲ ਕਰ ਰਹੇ ਸੀ। ਇਸ ਦੇ ਵਿੱਚ ਹੁਣ ਉਹ ਤੁਹਾਨੂੰ ਹਿੱਸੇ ਦੱਸ ਦਈਏ ਜਿਹੜੇ ਕਿ ਜਿੱਥੇ ਕਿ ਇਹ ਭੂਮੀ ਦਾ ਪ੍ਰਯੋਗ ਕਿੰਨੇ ਪ੍ਰਤੀਸ਼ਤ ਹਿੱਸੇ ਦੇ ਵਿੱਚ ਕੀਤਾ ਜਾ ਰਿਹਾ ਹੈ ਉਹ ਦੱਸ ਦਈਏ। ਬੱਚਿਓ ਪਹਿਲਾ ਹੈ ਪੀਲੇ ਰੰਗ ਦੇ ਵਿੱਚ ਖੇਤੀਯੋਗ ਭੂਮੀ ਜਿਹੜੀ ਕਿ
ਨਕਸ਼ੇ ਦੇ ਵਿੱਚ ਪੀਲੇ ਰੰਗ ਦੇ ਵਿੱਚ ਦਿਖਾਈ ਗਈ ਹੈ। ਇਹ ਕਿੱਥੇ ਕਿੱਥੇ ਹੈ? ਉੱਤਰ, ਦੱਖਣ, ਪੂਰਬ, ਪੱਛਮ, ਮਤਲਬ ਸਾਰੇ ਦੇਸ਼ ਵਿੱਚ ਇਹ ਪਾਈ ਜਾਂਦੀ ਹੈ ਅਤੇ ਇੱਥੇ ਖੇਤੀ ਕੀਤੀ ਜਾਂਦੀ ਹੈ। ਉਸ ਤੋਂ ਅੱਗੇ ਹੈ ਹਰਾ ਰੰਗ, ਜੰਗਲਾਂ ਹੇਠ ਭੂਮੀ। ਨਕਸ਼ੇ ਦੇ ਵਿੱਚ ਹਰਾ ਰੰਗ ਜਿੱਥੇ ਜਿੱਥੇ ਦਿਖਾਇਆ ਗਿਆ ਹੈ ਇਹ ਉੱਤਰ, ਪੂਰਬ, ਦੱਖਣ ਪਠਾਰ ਹਿੱਸੇ ਵਿੱਚ ਪਾਏ ਜਾਂਦੇ ਹਨ। ਮਤਲਬ ਹਿਮਾਲਿਆ ਤੋਂ ਥੱਲੇ ਅਰੁਣਾਚਲ, ਅਸਾਮ ਵਾਲੀ ਸਾਈਡ ਪੂਰਬ ਤੇ ਦੱਖਣ ਤੇ ਵਿਚਕਾਰ ਹਿੱਸੇ ਦੇ ਵਿੱਚ। ਉਸ ਤੋਂ ਹੇਠਾਂ ਹੈ ਗੁਲਾਬੀ ਰੰਗ, ਜਿੱਥੇ ਖੇਤੀਯੋਗ ਵਿਅਰਥ ਭੂਮੀ ਦਿਖਾਈ ਗਈ ਹੈ। ਇਹ ਹਿਮਾਲਿਆ ਪੱਛਮ ਤੇ ਪੂਰਬ ਹਿੱਸੇ ਵਿੱਚ ਪਾਈ ਜਾਂਦੀ ਹੈ। ਹਿਮਾਲਿਆ ਸਭ ਤੋਂ ਉੱਪਰ ਸਾਈਡ ਤੇ, ਪੱਛਮ ਤੇ ਪੂਰਬ ਦੇ ਵਿੱਚ। ਉਸ ਤੋਂ ਹੇਠਾਂ ਹੈ ਲਾਲ ਰੰਗ, ਗੈਰ ਖੇਤੀ ਭੂਮੀ, ਜਿਹੜੀ ਕਿ ਸਾਰੇ ਭਾਰਤ ਵਿੱਚ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਪਾਈ ਜਾਂਦੀ ਹੈ। ਇਸ ਤਰ੍ਹਾਂ ਬੱਚਿਓ ਇਹ ਭੂਮੀ ਦਾ ਪ੍ਰਯੋਗ ਅਸੀਂ ਇਹਨਾਂ ਹਿੱਸਿਆਂ ਦੇ ਵਿੱਚ ਕਰਦੇ ਹਾਂ। ਅੱਗੇ ਆ ਜਾਓ ਪੇਜ ਨੰਬਰ 10 'ਤੇ। ਭਾਰਤ ਵਿੱਚ ਖੇਤੀਯੋਗ ਭੂਮੀ ਦਾ ਕੁੱਲ ਰਕਬਾ 46% ਹੈ। ਇਹ ਉਹ ਭੂਮੀ ਹੈ ਜਿਸ ਉੱਤੇ ਵਿਭਿੰਨ ਫਸਲਾਂ ਬੀਜੀਆਂ ਜਾਂਦੀਆਂ ਹਨ। ਭੂਮੀ ਦੀ ਇਹ ਕਿਸਮ ਸਾਡੀ ਖੇਤੀਬਾੜੀ ਦਾ ਆਧਾਰ ਹੈ। ਗੈਰ ਖੇਤੀ ਭੂਮੀ ਉੱਤੇ ਕ੍ਰਿਸ਼ੀ ਨਹੀਂ ਕੀਤੀ ਜਾਂਦੀ। ਇਸ ਤਰ੍ਹਾਂ ਭੂਮੀ ਪਿੰਡਾਂ, ਸ਼ਹਿਰਾਂ, ਸੜਕਾਂ, ਰੇਲਵੇ ਲਾਈਨਾਂ, ਨਦੀਆਂ, ਦਰਿਆਵਾਂ ਤੇ ਝੀਲਾਂ ਨੇ ਮੱਲੀ ਹੋਈ ਹੈ। ਇਹ ਭੂਮੀ ਦਾ ਕੁੱਲ ਖੇਤਰਫਲ 14% ਹੈ ਅਤੇ ਇਸ ਸ਼੍ਰੇਣੀ ਵਿੱਚ ਬੰਜਰ ਭੂਮੀ ਵੀ ਸ਼ਾਮਿਲ ਹੁੰਦੀ ਹੈ। 8% ਦੇ ਲਗਭਗ ਭੂਮੀ ਖੇਤੀ ਤੋਂ ਬਿਨਾਂ ਛੱਡੀ ਹੋਈ ਹੈ। ਇਸ ਕਿਸਮ ਦੀ ਭੂਮੀ 'ਤੇ ਖੇਤੀ ਤਾਂ ਕੀਤੀ ਜਾਂਦੀ ਹੈ, ਪਰੰਤੂ ਇਸ ਨੂੰ 1 ਸਾਲ ਤੋਂ 5 ਸਾਲ ਤੱਕ ਖਾਲੀ ਛੱਡ ਦਿੱਤਾ ਜਾਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਭੂਮੀ ਆਪਣੀ ਗੁਆਚੀ ਹੋਈ ਉਪਜਾਊ ਸ਼ਕਤੀ ਨੂੰ ਦੁਬਾਰਾ ਪ੍ਰਾਪਤ ਕਰ ਸਕੇ। ਅੱਗੇ ਹੈ ਖੇਤੀਬਾੜੀ ਯੋਗ ਪਰੰਤੂ ਵਿਅਰਥ ਭੂਮੀ। ਖੇਤੀ ਕਰਨ ਵਾਸਤੇ ਤਾਂ ਹੁੰਦੀ ਹੈ, ਪਰੰਤੂ ਕੁਝ ਕਾਰਨਾਂ ਕਰਕੇ ਇਸ ਉੱਤੇ ਖੇਤੀ ਨਹੀਂ ਕੀਤੀ ਜਾਂਦੀ। ਕੁਝ ਸਮਾਂ ਪਹਿਲਾਂ ਇਸ ਉੱਤੇ ਖੇਤੀ ਹੁੰਦੀ ਸੀ, ਪਰੰਤੂ ਇੱਥੇ ਪਾਣੀ ਦੀ ਘਾਟ, ਲੂਣਾ ਅਤੇ ਸ਼ੋਰੇ ਦਾ ਪਾਇਆ ਜਾਣਾ ਅਤੇ ਮਿੱਟੀ ਦਾ ਰੁੜ ਜਾਣਾ, ਪਾਣੀ ਦਾ ਉੱਥੇ ਹੀ ਖੜ੍ਹੇ ਰਹਿਣਾ ਜਾਂ ਕੁਝ ਹੋਰ ਕਾਰਨਾਂ ਦੇ ਕਾਰਨ ਖੇਤੀ ਇੱਥੇ ਨਹੀਂ ਕੀਤੀ ਜਾਂਦੀ। ਕੁੱਲ ਭੂਮੀ ਦਾ ਇਹ 5% ਇਸ ਸ਼੍ਰੇਣੀ ਵਿੱਚ ਆਉਂਦਾ ਹੈ। ਕੁੱਲ ਭੂਮੀ ਦਾ 4% ਹਿੱਸਾ ਚਰਾਗਾਹਾਂ ਅਤੇ ਦਰੱਖਤਾਂ ਦੇ ਹੇਠ ਆਉਂਦਾ ਹੈ। ਤੇ ਇਸ ਨੂੰ ਪਸ਼ੂਆਂ ਦੇ ਚਾਰੇ ਦੇ ਲਈ ਵਰਤਿਆ ਜਾਂਦਾ ਹੈ, ਜਿਹੜਾ ਕਿ ਬਹੁਤ ਹੀ ਘੱਟ ਹੈ। ਪੰਜਾਬ ਵਰਗੇ ਰਾਜ ਵਿੱਚ ਤਾਂ ਪਸ਼ੂਆਂ ਨੂੰ ਚਰਾਉਣ ਦਾ ਰਿਵਾਜ ਬਹੁਤ ਹੀ ਘੱਟ ਗਿਆ ਹੈ। ਖੁੱਲ੍ਹੇ ਵਿੱਚ ਚਰਾਉਣ ਦਾ ਰਿਵਾਜ ਬਹੁਤ ਘੱਟ ਗਿਆ ਹੈ। ਭੂਮੀ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਸੀਮਿਤ ਸਾਧਨ ਹੈ। ਇਸ ਸਾਧਨ ਨੂੰ ਵਧਾਇਆ ਨਹੀਂ ਜਾ ਸਕਦਾ। ਇਸ ਲਈ ਇਹ ਜ਼ਰੂਰੀ ਹੈ ਕਿ ਭੂਮੀ ਦਾ ਪ੍ਰਯੋਗ ਬਹੁਤ ਹੀ ਸੁਚੱਜੇ ਤਰੀਕੇ ਨਾਲ ਕੀਤਾ ਜਾਵੇ। ਆਓ ਬੱਚੇ ਹੁਣ ਇਸ ਦਾ ਵਿਸਤਾਰ ਤੁਹਾਨੂੰ ਦੱਸੀਏ। 46% ਜਿਹੜਾ ਹਿੱਸਾ ਹੈ ਉਹ ਮੈਦਾਨੀ ਹਿੱਸਾ ਹੈ ਭਾਰਤ ਦੇ ਕੁੱਲ ਖੇਤਰਫਲ ਦਾ, ਅਤੇ ਇੱਥੇ ਫਸਲਾਂ ਬੀਜੀਆਂ ਜਾਂਦੀਆਂ ਹਨ ਅਤੇ ਖੇਤੀ ਕੀਤੀ ਜਾਂਦੀ ਹੈ। ਅਤੇ 14% ਹਿੱਸਾ ਉਹ ਹਿੱਸਾ ਹੈ ਜਿਸ ਦੇ ਵਿੱਚ ਪਿੰਡ, ਸ਼ਹਿਰ, ਸੜਕਾਂ, ਰੇਲਵੇ ਲਾਈਨਾਂ, ਨਦੀਆਂ, ਝੀਲਾਂ ਅਤੇ ਬੰਜਰ ਭੂਮੀ ਆਉਂਦੀ ਹੈ। ਉਸਨੂੰ 14% ਹਿੱਸੇ ਦੇ ਵਿੱਚ ਲਿਆਂਦਾ ਗਿਆ ਹੈ ਅਤੇ ਇਸ ਦੀ ਵਰਤੋਂ ਅਸੀਂ ਨਹੀਂ ਕਰ ਸਕਦੇ। ਬੰਜਰ ਭੂਮੀ 'ਤੇ ਖੇਤੀ ਨਹੀਂ ਕੀਤੀ ਜਾ ਸਕਦੀ, ਪਰ ਰੇਲਵੇ ਲਾਈਨਾਂ, ਸੜਕਾਂ, ਸ਼ਹਿਰਾਂ ਦੇ ਵਿੱਚ ਜਿਹੜੀ ਭੂਮੀ ਮੱਲੀ ਹੋਈ ਹੈ ਉਸ ਦਾ ਅਸੀਂ ਪ੍ਰਯੋਗ ਕਰਦੇ ਹਾਂ। ਬੱਚਿਓ ਅੱਗੇ 8% ਜਿਹੜੀ ਭੂਮੀ ਹੈ ਉਹ ਖੇਤੀ ਤੋਂ ਬਿਨਾਂ ਛੱਡੀ ਹੋਈ ਹੈ। ਇਸ ਉੱਤੇ ਖੇਤੀ ਕੀਤੀ ਤਾਂ ਜਾਂਦੀ ਹੈ, 1 ਸਾਲ ਖੇਤੀ ਕਰਨ ਤੋਂ ਬਾਅਦ ਇਸ ਨੂੰ 5 ਸਾਲ ਦੇ ਲਈ ਖਾਲੀ ਛੱਡ ਦਿੱਤਾ ਜਾਂਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਇਸ ਦੀ ਜਿਹੜੀ ਉਪਜਾਊ ਸ਼ਕਤੀ ਘੱਟ ਗਈ ਹੈ ਖੇਤੀ ਕਰਨ ਦੇ ਨਾਲ, ਉਸ ਨੂੰ ਫਿਰ ਤੋਂ ਬਣਾਇਆ ਜਾ ਸਕੇ, ਪ੍ਰਾਪਤ ਕੀਤਾ ਜਾ ਸਕੇ। ਬੱਚਿਓ ਅੱਗੇ ਹੈ ਵਿਅਰਥ ਖੇਤੀ ਕਰਨ ਵਾਸਤੇ ਛੱਡੀ ਹੋਈ ਭੂਮੀ, ਜਿਸ ਉੱਤੇ ਕੁਝ ਕਾਰਨਾਂ ਕਰਕੇ ਖੇਤੀ ਨਹੀਂ ਕੀਤੀ ਜਾਂਦੀ ਸੀ। ਪਹਿਲਾਂ ਇੱਥੇ ਖੇਤੀ ਹੁੰਦੀ ਸੀ, ਪਰੰਤੂ ਪਾਣੀ ਦੀ ਘਾਟ, ਪਾਣੀ ਦਾ ਨਿਕਾਸ ਸਹੀ ਤਰੀਕੇ ਦੇ ਨਾਲ ਨਾ ਹੋਣ ਕਰਕੇ, ਲਵਣਤਾ ਆਉਣ ਕਰਕੇ, ਮਿੱਟੀ ਦੇ ਖੁਰਨ ਕਰਕੇ ਇੱਥੇ ਖੇਤੀ ਨਹੀਂ ਕੀਤੀ ਜਾਂਦੀ। ਇਹ ਹਿੱਸਾ 5% ਦੇ ਅਧੀਨ ਆਉਂਦਾ ਹੈ। ਬੱਚਿਓ ਅੱਗੇ ਹੈ 4% ਹਿੱਸਾ, ਜਿਹੜਾ ਕਿ
ਚਰਾਗਾਹਾਂ ਅਤੇ ਦਰੱਖਤਾਂ ਦੇ ਲਈ ਰੱਖਿਆ ਗਿਆ ਸੀ, ਜਿਹੜਾ ਕਿ ਬਹੁਤ ਘੱਟ ਹੈ। ਅੱਜ ਮਨੁੱਖ ਇਸ 4% ਹਿੱਸੇ ਨੂੰ ਵੀ ਆਪਣੀ ਜ਼ਰੂਰਤ ਦੇ ਲਈ ਵਰਤਦਾ ਜਾ ਰਿਹਾ ਹੈ, ਅਤੇ ਜੇ ਇਸੇ ਤਰ੍ਹਾਂ ਅਸੀਂ ਇਸ ਨੂੰ ਆਪਣੀ ਜ਼ਰੂਰਤ ਦੇ ਲਈ ਵਰਤਦੇ ਗਏ ਤਾਂ ਪਸ਼ੂਆਂ ਦੇ ਲਈ ਚਾਰੇ ਦੀ ਸਮੱਸਿਆ ਹੋਰ ਘੱਟ ਜਾਏਗੀ। ਬੱਚਿਓ, ਪੰਜਾਬ ਵਿੱਚ ਹੁਣ ਪਸ਼ੂਆਂ ਨੂੰ ਖੁੱਲ੍ਹੇ ਵਿੱਚ ਚਰਾਉਣ ਦਾ ਰਿਵਾਜ ਵੀ ਘਟਦਾ ਜਾ ਰਿਹਾ ਹੈ। ਬੱਚਿਓ, ਭੂਮੀ ਇੱਕ ਬਹੁਤ ਹੀ ਘੱਟ ਅਤੇ ਸੀਮਿਤ ਸਾਧਨ ਹੈ, ਇਸ ਨੂੰ ਅਸੀਂ ਵਧਾ ਨਹੀਂ ਸਕਦੇ। ਸੋ ਸਾਨੂੰ ਜ਼ਰੂਰਤ ਹੈ ਜ਼ਮੀਨ ਅਤੇ ਭੂਮੀ ਦਾ ਉਪਯੋਗ ਸੁਚੱਜੇ ਢੰਗ ਦੇ ਨਾਲ ਅਤੇ ਸਹੀ ਤਰੀਕੇ ਦੇ ਨਾਲ ਕੀਤਾ ਜਾਏ। ਬੱਚਿਓ, ਅੱਗੇ ਹੈ ਮਿੱਟੀ ਸਾਧਨ। ਪੌਦੇ ਨੂੰ ਉੱਗਣ ਅਤੇ ਵਾਧੇ ਵਾਸਤੇ ਮਿੱਟੀ ਇੱਕ ਬਹੁਤ ਹੀ ਮਹੱਤਵਪੂਰਨ ਤੱਤ ਹੈ। ਇਹ ਇੱਕ ਨਵਿਆਣਯੋਗ ਅਤੇ ਇੱਕ ਅਜੈਵਿਕ ਵਾਧੇ ਵਾਲਾ ਸਾਧਨ ਹੈ। ਇਸ ਨੂੰ ਰੂੜੀ ਅਤੇ ਖਾਦਾਂ ਦੇ ਨਾਲ ਖਾਦਾਂ ਦੁਆਰਾ ਇਸ ਨੂੰ ਤਾਕਤਵਰ ਬਣਾਇਆ ਜਾ ਸਕਦਾ ਹੈ। ਮਿੱਟੀ ਦੀ ਰਚਨਾ ਹਰ ਸਮੇਂ ਹੁੰਦੀ ਰਹਿੰਦੀ ਹੈ। ਮਿੱਟੀ ਦੀ ਰਚਨਾ ਵਿੱਚ ਬਹੁਤ ਸਾਰੇ ਤੱਤ ਆਪਣੀ ਭੂਮਿਕਾ ਅਦਾ ਕਰਦੇ ਹਨ। ਇਹਨਾਂ ਤੱਤਾਂ ਵਿੱਚੋਂ ਮੂਲ ਚਟਾਨ, ਜਲਵਾਯੂ, ਪੌਦੇ, ਹੋਰ ਜੀਵ ਆਦਿ ਪ੍ਰਮੁੱਖ ਹਨ। ਸਮਾਂ ਵੀ ਮਿੱਟੀ ਨੂੰ ਬਣਾਉਣ ਵਿੱਚ ਬਹੁਤ ਯੋਗਦਾਨ ਪਾਉਂਦਾ ਹੈ। ਬੱਚਿਓ, ਅੱਗੇ ਹੈ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਜਿਸ ਦੀ ਕੁੱਲ ਜਨਸੰਖਿਆ ਦਾ 65% ਤੋਂ 70% ਲੋਕ ਖੇਤੀ ਕਰਦੇ ਹਨ। ਇਸ ਲਈ ਅਜਿਹੇ ਦੇਸ਼ਾਂ ਦੇ ਲਈ ਮਿੱਟੀ ਵਰਗੇ ਸਾਧਨਾਂ ਦਾ ਮਹੱਤਵ ਹੋਰ ਜ਼ਿਆਦਾ ਵੱਧ ਜਾਂਦਾ ਹੈ। ਸਾਡੇ ਦੇਸ਼ ਦੀ ਸਾਰੀ ਮਿੱਟੀ ਇੱਕ ਹੀ ਕਿਸਮ ਦੀ ਨਹੀਂ ਹੈ, ਸਗੋਂ ਅਲੱਗ-ਅਲੱਗ ਖੇਤਰ ਵਿੱਚ ਵੱਖਰੀ ਵੱਖਰੀ ਕਿਸਮ ਦੀ ਮਿੱਟੀ ਮਿਲਦੀ ਹੈ। ਭਾਰਤ ਵਿੱਚ ਮੁੱਖ ਤੌਰ 'ਤੇ ਅੱਗੇ ਲਿਖੀਆਂ ਮਿੱਟੀਆਂ ਪਾਈਆਂ ਜਾਂਦੀਆਂ ਹਨ। ਆਓ ਬੱਚਿਓ, ਇਹਨਾਂ ਦਾ ਵਿਸਥਾਰ ਕਰੀਏ ਹੁਣ। ਮਿੱਟੀ ਸਾਧਨ। ਪੌਦਿਆਂ ਨੂੰ ਉੱਗਣ ਅਤੇ ਵਧਾਉਣ ਦੇ ਵਿੱਚ ਮਿੱਟੀ ਆਪਣਾ ਬਹੁਤ ਵੱਡਾ ਰੋਲ ਅਦਾ ਕਰਦੀ ਹੈ, ਮਹੱਤਵ ਰੱਖਦੀ ਹੈ। ਪੌਦੇ ਨੂੰ ਵੱਡਾ ਕਰਨ ਦੇ ਵਿੱਚ ਮਿੱਟੀ ਦਾ ਉਪਜਾਊ ਹੋਣਾ ਬਹੁਤ ਜ਼ਰੂਰੀ ਹੈ। ਮਿੱਟੀ ਦੀ ਰਚਨਾ ਹਰ ਸਮੇਂ ਹੁੰਦੀ ਰਹਿੰਦੀ ਹੈ। ਮਿੱਟੀ ਨੂੰ ਬਣਾਉਣ ਵਿੱਚ ਚਟਾਨਾਂ, ਜਲਵਾਯੂ, ਪੌਦੇ ਅਤੇ ਸਮੇਂ ਦਾ ਆਪਣਾ ਇੱਕ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਹ ਪ੍ਰਕਿਰਿਆ ਲਗਾਤਾਰ ਹੁੰਦੀ ਰਹਿੰਦੀ ਹੈ। ਭਾਰਤ ਇੱਕ ਖੇਤੀ ਪ੍ਰਧਾਨ ਵਾਲਾ ਦੇਸ਼ ਹੈ। ਇੱਥੇ ਅੱਧੀ ਤੋਂ ਜ਼ਿਆਦਾ ਜਨਸੰਖਿਆ ਪਿੰਡਾਂ ਵਿੱਚ ਰਹਿੰਦੀ ਹੈ ਅਤੇ ਖੇਤੀਬਾੜੀ ਹੀ ਕਰਦੀ ਹੈ। ਇਸ ਲਈ ਇੱਥੇ ਮਿੱਟੀ ਦਾ ਉਪਜਾਊ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਇੱਥੇ ਕਈ ਪ੍ਰਕਾਰ ਦੀਆਂ ਮਿੱਟੀਆਂ ਮਿਲਦੀਆਂ ਹਨ। ਹਰ ਇੱਕ ਮਿੱਟੀ ਦਾ ਆਪਣਾ ਮਹੱਤਵ ਅਤੇ ਆਪਣੀ ਇੱਕ ਵਿਸ਼ੇਸ਼ਤਾ ਹੈ, ਅਤੇ ਉਹ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਪਾਈ ਜਾਂਦੀ ਹੈ। ਤਾਂ ਬੱਚਿਓ, ਇਸ ਦੇ ਨਾਲ ਸਾਡੇ ਦੂਸਰੇ ਲੈਸਨ ਦੇ 2 ਭਾਗ ਖਤਮ ਹੁੰਦੇ ਹਨ। ਧੰਨਵਾਦ।